ਅਸੀਂ ਪੜ੍ਹ ਰਹੇ ਸੀ ਆਰਟੀਕਲ 32 ਦੇ ਤਹਿਤ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀ। ਤੇ ਇਹ ਜ਼ਰੂਰੀ ਨਹੀਂ ਆ ਕਿ ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਹੀ ਰਿਟ ਜਾਰੀ ਕਰ ਸਕਦਾ। ਅੰਡਰ ਆਰਟੀਕਲ 226 226 ਆਰਟੀਕਲ 226 ਦੇ ਤਹਿਤ ਹਾਈ ਕੋਰਟ ਕੋਲ ਵੀ ਪਾਵਰ ਹੈਗੀ ਆ। ਹਾਈ ਕੋਰਟ ਕੋਲ ਵੀ ਪਾਵਰ ਹੈਗੀ ਆ ਕਿ ਉਹ ਰਿਟ ਜਾਰੀ ਕਰ ਸਕਦੀ ਆ। ਜੇ ਸਾਡਾ ਕੋਈ ਅਧਿਕਾਰ ਆਹਿਤ ਹੁੰਦਾ ਆ, ਉਲੰਘਣਾ ਹੁੰਦੀ ਆ, ਤਾਂ ਅਸੀਂ ਉਹ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਹਾਈ ਕੋਰਟ ਵੀ ਜਾ ਸਕਦੇ ਹਾਂ। ਪਰ ਨਾ ਇਹ ਜਿਹੜਾ ਅਧਿਕਾਰ ਆ ਉਹ ਮੌਲਿਕ ਅਧਿਕਾਰ ਨਹੀਂ, ਇਹ ਫੰਡਾਮੈਂਟਲ ਅਧਿਕਾਰ ਨਹੀਂ ਆ। ਆਰਟੀਕਲ 32 ਫੰਡਾਮੈਂਟਲ ਅਧਿਕਾਰ ਹੈ। ਪੜ੍ਹ ਲੈਂਦੇ ਹਾਂ। ਆਰਟੀਕਲ 226 ਦੇ ਤਹਿਤ ਹਾਈ ਕੋਰਟਾਂ ਨੂੰ ਵੀ ਰਿਟ ਜਾਰੀ ਕਰਨ ਦਾ ਅਧਿਕਾਰ ਹੈ, ਪਰ ਇਹ ਅਧਿਕਾਰ ਮੌਲਿਕ ਅਧਿਕਾਰ ਨਹੀਂ ਹੈ। ਇਸ ਤੋਂ ਇਲਾਵਾ ਜੇ ਪਾਰਲੀਮੈਂਟ ਚਾਹਵੇ, ਸੰਸਦ ਚਾਹਵੇ, ਤਾਂ ਕਿਸੇ ਹੋਰ ਅਦਾਲਤ ਜਿਵੇਂ ਡਿਸਟ੍ਰਿਕਟ ਕੋਰਟ ਨੂੰ ਵੀ ਇਹ ਰਿਟ ਜਾਰੀ ਕਰਨ ਦੀ ਪਾਵਰ ਦੇ ਸਕਦਾ ਆ, ਪਰ ਹਾਲੇ ਤੱਕ ਨਹੀਂ ਦਿੱਤੀ। ਸੰਸਦ ਕਿਸੇ ਹੋਰ ਅਦਾਲਤ ਨੂੰ ਰਿਟ ਜਾਰੀ ਕਰਨ ਦਾ ਅਧਿਕਾਰ ਦੇ ਸਕਦੀ ਹੈ। ਸੁਪਰੀਮ ਕੋਰਟ ਨੇ ਇੱਕ ਡਿਸੀਜਨ ਦਿੱਤਾ ਸੀ ਜੀ। ਕੀ ਕਿਹਾ ਸੀ ਸੁਪਰੀਮ ਕੋਰਟ ਨੇ? ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਕਿਸੇ ਨੂੰ ਪਹਿਲਾਂ ਹਾਈ ਕੋਰਟ ਵਿੱਚ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ, ਦੇਖੋ ਜੀ ਇਹ ਗੱਲ ਸਹੀ ਆ ਕਿ ਤੁਸੀਂ ਡਾਇਰੈਕਟ ਸੁਪਰੀਮ ਕੋਰਟ ਵਿੱਚ ਆ ਸਕਦੇ ਆ ਆਪਣੇ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ, ਪਰ ਜੇ ਇਹ ਸਹੂਲਤ ਹਾਈ ਕੋਰਟ ਕੋਲ ਹੈਗੀ ਆ, ਹਾਈ ਕੋਰਟ ਮਤਲਬ ਇੱਕ ਸਟੇਟ ਪੱਧਰ ਤੇ, ਜਿੱਦਾਂ ਪੰਜਾਬ ਦੀ ਇੱਕ ਹਾਈ ਕੋਰਟ ਆ, ਰਾਜ ਪੱਧਰ ਤੇ ਜਿਹੜੀ ਹਾਈ ਕੋਰਟ ਕੋਲ ਵੀ ਇਹ ਸਹੂਲਤ ਹੈ, ਤੁਸੀਂ ਉਹਨਾਂ ਦੁਆਰਾ ਵੀ ਰਿਟ ਜਾਰੀ ਕਰਵਾ ਸਕਦੇ ਆ। ਤਾਂ ਪਹਿਲਾਂ ਤੁਸੀਂ ਕੀ ਕਰੋ, ਪਹਿਲਾਂ ਹਾਈ ਕੋਰਟ ਕੋ ਜਾਇਆ ਕਰੋ, ਪਹਿਲਾਂ ਹਾਈ ਕੋਰਟ ਕੋ ਜਾਇਆ ਕਰੋ। ਇੱਕ ਉੱਚ ਅਦਾਲਤ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਕਿਸੇ ਹੋਰ ਉਦੇਸ਼, ਆਮ ਕਾਨੂੰਨ ਨੂੰ ਲਾਗੂ ਕਰਨ ਲਈ ਵੀ ਰਿਟ ਜਾਰੀ ਕਰ ਸਕਦਾ ਹੈ। ਇਹ ਗੱਲ ਆਪਾਂ ਸਮਝੀਏ। ਜਿਹੜੀ ਹੈ ਨਾ ਹਾਈ ਕੋਰਟ, ਉਹ ਹਾਈ ਕੋਰਟ ਰਿਟ ਕਦੋਂ ਇਸ਼ੂ ਕਰਦੀ ਆ? ਤੁਹਾਡਾ ਜੇ ਮੌਲਿਕ ਅਧਿਕਾਰ ਆਹਤ ਹੋਇਆ ਹੈ ਉਸ ਵੇਲੇ, ਤੇ ਜਾਂ ਕੋਈ ਹੋਰ ਉਦੇਸ਼ ਮਤਲਬ ਤੁਹਾਡਾ ਮੌਲਿਕ ਅਧਿਕਾਰ ਆਹਤ ਨਹੀਂ ਹੋਇਆ, ਇੱਕ ਆਮ ਕਾਨੂੰਨੀ ਅਧਿਕਾਰ ਨੂੰ ਲਾਗੂ ਕਰਨ ਲਈ। ਤੁਹਾਡਾ ਕੋਈ ਆਮ ਕਾਨੂੰਨੀ ਅਧਿਕਾਰ ਵੀ ਜੇ ਆਹਿਤ ਹੋਇਆ ਹੈ, ਉਸ ਦੀ ਵੀ ਉਲੰਘਣਾ ਹੋਈ ਹੈ, ਤਾਂ ਹਾਈ ਕੋਰਟ ਰਿਟ ਜਾਰੀ ਕਰ ਸਕਦੀ ਹੈ। ਇਹ ਬੜਾ ਇੰਪੋਰਟੈਂਟ ਪੁਆਇੰਟ ਆ। ਸੁਪਰੀਮ ਕੋਰਟ ਰਿਟ ਜਾਰੀ ਕਰਦੀ ਆ ਜਦੋਂ ਤੁਹਾਡੇ ਫੰਡਾਮੈਂਟਲ ਰਾਈਟ ਆਹਿਤ ਹੁੰਦੇ ਆ, ਉਹਨਾਂ ਦੀ ਉਲੰਘਣਾ ਹੁੰਦੀ ਆ। ਪਰ ਹਾਈ ਕੋਰਟ ਜਿਹੜੀ ਆ, ਉੱਚ ਅਦਾਲਤ ਆ ਜਿਹੜੀ, ਉਹ ਫੰਡਾਮੈਂਟਲ ਰਾਈਟਸ ਮਤਲਬ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਕੋਈ ਹੋਰ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਵੀ ਰਿਟ ਜਾਰੀ ਕਰ ਸਕਦੀ ਆ। ਇਹਦਾ ਮਤਲਬ ਰਿਟ ਜਾਰੀ ਕਰਨ ਦੀ ਪਾਵਰ ਹਾਈ ਕੋਰਟ ਦੀ ਜ਼ਿਆਦਾ ਆ ਕਿ ਸੁਪਰੀਮ ਕੋਰਟ ਦੀ? ਹੁਣ ਦੇਖਣ ਨੂੰ ਤਾਂ ਇਹ ਲੱਗਣਾ ਕਿ ਸੁਪਰੀਮ ਕੋਰਟ ਵੱਡੀ ਆ, ਉਹਦੀ ਪਾਵਰ ਜ਼ਿਆਦਾ ਹੋਊਗੀ, ਪਰ ਧਿਆਨ ਨਾਲ ਦੇਖਿਆ ਪਤਾ ਲੱਗਦਾ ਆ ਕਿ ਹਾਈ ਕੋਰਟ ਦੀ ਪਾਵਰ ਰਿਟ ਜਾਰੀ ਕਰਨ ਵਿੱਚ ਜ਼ਿਆਦਾ ਵਿਸ਼ਾਲ ਆ। ਸੁਪਰੀਮ ਕੋਰਟ ਆ ਜਿਹੜੀ, ਉਹ ਸਿਰਫ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਹੀ ਰਿਟ ਜਾਰੀ ਕਰ ਸਕਦੀ ਹੈ। ਇਸ ਤਰ੍ਹਾਂ ਹਾਈ ਕੋਰਟ ਦਾ ਰਿਟ ਅਧਿਕਾਰ ਖੇਤਰ ਸੁਪਰੀਮ ਕੋਰਟ ਨਾਲੋਂ ਵਿਸ਼ਾਲ ਹੈ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੋ ਗਿਆ। ਦੇਖਣ ਨੂੰ ਸਾਨੂੰ ਲੱਗਦਾ ਆ ਕਿ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਆ, ਇਸ ਕਰਕੇ ਉਹਦਾ ਜਿਹੜਾ ਹੈ ਘੇਰਾ ਰਿਟ ਜਾਰੀ ਕਰਨ ਦਾ ਉਹ ਵੱਡਾ ਹੋਵੇਗਾ, ਪਰ ਅਸਲੀਅਤ ਵਿੱਚ ਇਹ ਗੱਲ ਨਹੀਂ ਆ। ਰਿਟ ਜਾਰੀ ਕਰਨ ਦਾ ਘੇਰਾ ਹਾਈ ਕੋਰਟ ਦਾ ਸੁਪਰੀਮ ਕੋਰਟ ਨਾਲੋਂ ਵੱਡਾ ਆ। ਕਿਉਂ? ਕਿਉਂਕਿ ਹਾਈ ਕੋਰਟ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਆਮ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਲਈ ਵੀ ਰਿਟ ਜਾਰੀ ਕਰ ਸਕਦੀ ਹੈ, ਪਰ ਇਹ ਕੰਮ ਸੁਪਰੀਮ ਕੋਰਟ ਨਹੀਂ ਕਰ ਸਕਦੀ। ਸੁਪਰੀਮ ਕੋਰਟ ਸਿਰਫ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਹੀ ਰਿਟ ਜਾਰੀ ਕਰ ਸਕਦੀ ਹੈ। ਅੱਗੇ ਜੀ, ਹਾਈ ਕੋਰਟ ਦੀ ਖੇਤਰੀ ਸੀਮਾ ਰਿਟ ਜਾਰੀ ਕਰਨ ਲਈ ਸੁਪਰੀਮ ਕੋਰਟ ਤੋਂ ਘੱਟ ਹੈ। ਜੇ ਖੇਤਰ ਦੀ ਗੱਲ ਕਰੀਏ ਤਾਂ ਜਿੱਥੇ-ਜਿੱਥੇ ਹਾਈ ਕੋਰਟ ਦੀ ਜੁਰਿਸਡਿਕਸ਼ਨ ਆ, ਉਹ ਉੱਥੇ ਹੀ ਰਿਟ ਜਾਰੀ ਕਰ ਸਕਦੀ ਆ। ਤਾਂ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਜ਼ਿਆਦਾ ਹੁੰਦੀ ਆ, ਉਹਦਾ ਡਿਸੀਜਨ ਲੈਣ ਦਾ ਜਿਹੜਾ ਜੋਗ੍ਰਾਫੀਕਲ ਏਰੀਆ ਉਹ ਜ਼ਿਆਦਾ ਆ। ਸੁਪਰੀਮ ਕੋਰਟ ਪੂਰੇ ਭਾਰਤ ਨੂੰ ਨਿਯੰਤਰਿਤ ਕਰਦੀ, ਪੂਰੇ ਭਾਰਤ ਦੀ ਕੋਰਟ ਆ। ਹਾਈ ਕੋਰਟ ਸਟੇਟ ਲੈਵਲ ਦੀ ਕੋਰਟ ਆ, ਤਾਂ ਇਹਦਾ ਮਤਲਬ ਹਾਈ ਕੋਰਟ ਦੀ ਖੇਤਰੀ ਸੀਮਾ ਘੱਟ ਹੋਊਗੀ। ਆਰਟੀਕਲ 32 ਆਪਣੇ ਆਪ ਵਿੱਚ ਇੱਕ ਮੌਲਿਕ ਅਧਿਕਾਰ ਹੈ। ਆਰਟੀਕਲ 32 ਕੀ ਆ? ਫੰਡਾਮੈਂਟਲ ਰਾਈਟ ਇਨ ਇਟਸੈਲਫ। ਇਸ ਤਹਿਤ ਸੁਪਰੀਮ ਕੋਰਟ ਨੂੰ ਰਿਟ ਜਾਰੀ ਕਰਨਾ ਹੀ ਪਵੇਗਾ, ਕਿਉਂਕਿ ਇਹ ਮੌਲਿਕ ਅਧਿਕਾਰ ਆ। ਆਰਟੀਕਲ 32 ਤਹਿਤ ਇਸ ਕਰਕੇ ਸੁਪਰੀਮ ਕੋਰਟ ਨਾ ਨਹੀਂ ਕਰ ਸਕਦੀ, ਕਿਉਂਕਿ ਇਹ ਵਿਸ਼ੇਸ਼ ਅਧਿਕਾਰ ਆ, ਇਹ ਮੌਲਿਕ ਅਧਿਕਾਰ ਆ, ਇਹ ਫੰਡਾਮੈਂਟਲ ਰਾਈਟ ਆ। ਇਸ ਕਰਕੇ ਸੁਪਰੀਮ ਕੋਰਟ ਨਾ ਨਹੀਂ ਕਰ ਸਕਦੀ, ਸੁਪਰੀਮ ਕੋਰਟ ਨੂੰ ਰਿਟ ਜਾਰੀ ਕਰਨਾ ਹੀ ਪਵੇਗਾ। ਠੀਕ। ਹਾਈ ਕੋਰਟ ਲਈ ਇਹ ਜ਼ਰੂਰੀ ਨਹੀਂ ਕਿ ਉਹ ਰਿਟ ਜਾਰੀ ਕਰੇ। ਹਾਈ ਕੋਰਟ ਦੇ ਤਹਿਤ ਜਿਹੜੀ ਪਾਵਰ ਆ ਉਹ ਸਾਡੀ ਕੀ ਆ? ਫੰਡਾਮੈਂਟਲ ਰਾਈਟ ਦੇ ਅੰਦਰ ਨਹੀਂ ਹੁੰਦੀ। ਇਸ ਲਈ ਜਿਹੜਾ ਹਾਈ ਕੋਰਟ ਆ ਉਹ ਬਾਧਿਆ ਨਹੀਂ ਆ।
ਉਹਨੂੰ ਅਸੀਂ ਮਜਬੂਰ ਨਹੀਂ ਕਰ ਸਕਦੇ ਕਿ ਤੁਸੀਂ ਰਿਟ ਜਾਰੀ ਕਰੋ ਹੀ ਕਰੋ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਰਿਟਾਂ ਦੀ, ਰਿਟਸ ਦੀ। ਰਿਟਾਂ ਕਿੰਨੀਆਂ ਪ੍ਰਕਾਰ ਦੀਆਂ? ਅਸੀਂ 5 ਰਿਟਾਂ ਦੇ ਨਾਮ ਪੜ੍ਹੇ ਸੀ ਪਿਛਲੀ ਕਲਾਸ ਵਿੱਚ, ਉਹ ਤੁਸੀਂ ਪੰਜੋ ਦੇ ਪੰਜੋ ਰੱਟੇ ਮਾਰ ਲੈਣੇ ਆ। 5 ਰਿਟਾਂ ਕਿਹੜੀਆਂ ਆ, ਠੀਕ, ਤੇ ਉਹਨਾਂ ਦੇ ਮਤਲਬ ਤੇ ਉਹਨਾਂ ਦੇ ਜਿਹੜੇ ਲਾਗੂ ਹੋਣਾ ਆ ਉਹ ਕਿਹੜੇ ਉੱਤੇ ਲਾਗੂ ਹੋ ਸਕਦੇ ਆ, ਕਿਹੜੀ ਅਥਾਰਟੀ ਲਾਗੂ ਕਰ ਸਕਦੀ ਆ, ਉਹ ਅਸੀਂ ਹੁਣ ਪੜ੍ਹ ਲੈਂਦੇ ਆ। ਇੰਪੋਰਟੈਂਟ ਪੁਆਇੰਟ ਆ ਜੀ, ਤੁਸੀਂ ਸਾਰੀਆਂ ਰਿਟਾਂ ਸੀਰੀਅਲ ਵਾਈਜ਼ ਯਾਦ ਕਰ ਲੈਣੀਆਂ। ਠੀਕ, ਪੜ੍ਹਦੇ ਹਾਂ ਜੀ। ਹੈਬੀਅਸ ਕਾਰਪਸ। ਹੈਬੀਅਸ ਕਾਰਪਸ ਇੱਕ ਲਾਤੀਨੀ ਸ਼ਬਦ ਹੈ ਜੀ। ਪਹਿਲੀ ਰਿਟ ਕਿਹੜੀ ਸਾਡੀ? ਹੈਬੀਅਸ ਕਾਰਪਸ ਦੀ। ਇਸ ਦਾ ਮਤਲਬ ਹੈ ਇਨਸਾਨੀ ਸਰੀਰ ਦਾ ਹਾਜ਼ਰ ਹੋਣਾ। ਇਨਸਾਨੀ ਸਰੀਰ ਦਾ ਹਾਜ਼ਰ ਹੋਣਾ, ਟੂ ਹੈਵ ਦੀ ਬੋਡੀ ਆਫ। ਉਸ ਇਨਸਾਨੀ ਸਰੀਰ ਨੂੰ ਸਾਡੇ ਸਾਹਮਣੇ ਪੇਸ਼ ਕਰੋ। ਉਦਾਹਰਨ ਦੇਖ ਲਓ, ਜੇਕਰ A ਨੇ B ਨੂੰ ਹਿਰਾਸਤ ਵਿੱਚ ਲਿਆ ਹੈ, A ਇੱਕ ਅਥਾਰਟੀ ਆ, ਉਸਨੇ ਕਿਸੇ ਬੰਦੇ B ਨੂੰ ਕੈਦ ਕਰ ਲਿਆ, ਮਤਲਬ ਪੁਲਿਸ ਨੇ ਕੈਦ ਕਰ ਲਿਆ ਸਮਝ ਲਓ। ਠੀਕ ਹੈ ਜੀ। ਤਾਂ ਹੈਬੀਅਸ ਕਾਰਪਸ ਇੱਕ ਰਿਟ ਹੈ ਜੋ ਅਦਾਲਤ ਵੱਲੋਂ B ਦੇ ਸਰੀਰ ਨੂੰ ਪੇਸ਼ ਕਰਨ ਲਈ A ਵਿਰੁੱਧ ਜਾਰੀ ਕੀਤੀ ਜਾਂਦੀ ਹੈ। ਇਹਨੂੰ ਤੁਸੀਂ ਧਿਆਨ ਨਾਲ ਪੜ੍ਹੋ, ਵੈਸੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ, ਇਹ ਮੰਨ ਲਓ ਪੁਲਿਸ ਆ, ਪੁਲਿਸ ਨੇ B ਨੂੰ ਹਿਰਾਸਤ ਵਿੱਚ ਲੈ ਲਿਆ, ਠੀਕ, ਪਰ B ਦੇ ਆਪਣੇ ਅਧਿਕਾਰ ਆ। ਉਹ ਸੁਪਰੀਮ ਕੋਰਟ ਕੋ ਗਿਆ, ਉਹ ਕਹਿੰਦਾ ਦੇਖੋ ਜੀ ਮੈਨੂੰ, ਮਤਲਬ ਉਹਨੇ ਅਰਜੀ ਪੇਸ਼ ਕੀਤੀ, ਤਾਂ ਕੋਰਟ ਨੇ ਐਨਾਲਿਸਿਸ ਕੀਤਾ ਤੇ ਕੋਰਟ ਨੇ ਇਹ ਕਿਹਾ ਕਿ ਤੁਸੀਂ ਮੇਰੇ ਸਾਹਮਣੇ B ਨੂੰ ਲੈ ਕੇ ਆਓ, ਵੀ ਜਿਸ ਬੰਦੇ ਨੂੰ ਤੁਸੀਂ ਹਿਰਾਸਤ ਵਿੱਚ ਲੈ ਲਿਆ ਆ, ਹਨਾ, ਉਹਨੂੰ ਮੇਰੇ ਸਾਹਮਣੇ ਲੈ ਕੇ ਆਓ। ਅੰਡਰ ਹੈਬੀਅਸ ਕਾਰਪਸ ਕੋਰਟ ਕਹਿੰਦੀ ਆ ਕਿ ਜਿਸ ਬੰਦੇ ਨੂੰ ਤੁਸੀਂ ਹਿਰਾਸਤ ਵਿੱਚ ਲੈ ਲਿਆ ਆ, ਉਹਨੂੰ ਮੇਰੇ ਸਾਹਮਣੇ ਲੈ ਕੇ ਆਓ। ਇਨਸਾਨੀ ਸਰੀਰ ਦਾ ਹਾਜ਼ਰ ਹੋਣਾ, ਉਸ ਦਾ ਸਰੀਰ, ਉਹ ਬੋਡੀ, ਉਹ ਇਨਸਾਨ ਮੇਰੇ ਸਾਹਮਣੇ ਆਵੇ ਤੇ ਫਿਰ ਮੈਂ ਪਰਖਾਂਗਾ। ਫਿਰ ਅਦਾਲਤ ਪਰਖਦੀ ਆ ਵੀ ਕੀ, ਹਨਾ, ਵੀ ਕੀ ਉਹਨੂੰ ਜਾਇਜ਼ ਰੂਪ ਵਿੱਚ ਕੈਦ ਕੀਤਾ ਆ। ਸਿੰਪਲੀ ਤੁਸੀਂ ਕਹਿ ਲਓ ਕਿ ਅਦਾਲਤ B ਦੇ ਸਰੀਰ ਨੂੰ ਪੇਸ਼ ਕਰਨ ਲਈ A ਵਿਰੁੱਧ ਰਿਟ ਜਾਰੀ ਕਰਦੀ ਆ ਹੈਬੀਅਸ ਕਾਰਪਸ, ਵੀ ਇਹ ਪੁਲਿਸ ਵਾਲੇ ਜਾਂ ਇਹ ਤੁਸੀਂ ਕੋਈ ਵੀ ਅਥਾਰਟੀ ਆ, ਤੁਸੀਂ ਇਸ ਬੰਦੇ ਨੂੰ ਹਿਰਾਸਤ ਵਿੱਚ ਤਾਂ ਲੈ ਲਿਆ ਆ, ਇਹਨੂੰ ਹੁਣ ਮੇਰੇ ਸਾਹਮਣੇ ਪੇਸ਼ ਕਰੋ, ਮੇਰੇ ਸਾਹਮਣੇ ਪੇਸ਼ ਕਰੋ। ਠੀਕ ਹੈ ਜੀ। ਫਿਰ ਅਦਾਲਤ ਦੁਆਰਾ ਨਜ਼ਰਬੰਦੀ ਦੇ ਕਾਰਨ ਅਤੇ ਕਾਨੂੰਨੀਨਤਾ ਦੀ ਜਾਂਚ ਕੀਤੀ ਜਾਂਦੀ ਹੈ। ਫਿਰ ਅਦਾਲਤ ਦੇਖਦੀ ਆ, ਅਦਾਲਤ ਉਸ ਬੰਦੇ ਨੂੰ ਆਪਣੇ ਸਾਹਮਣੇ ਪੇਸ਼ ਕਰਵਾਉਂਦੀ ਹੈ, ਉਸ ਤੋਂ ਪੁੱਛ ਪੜਤਾਲ ਕਰਦੀ ਆ, ਫਿਰ ਦੇਖਦੀ ਆ ਅਦਾਲਤ ਕਿ ਉਸ ਨੂੰ ਜਿਸ ਕਾਰਨ ਹਿਰਾਸਤ ਵਿੱਚ ਲਿਆ ਗਿਆ ਆ ਉਹ ਸਹੀ ਕਾਰਨ ਆ, ਜਿਸ ਕਾਨੂੰਨ ਤਹਿਤ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਕੀ ਉਹ ਸਹੀ ਹੈ। ਜੇਕਰ ਇਹ ਪਾਇਆ ਜਾਂਦਾ ਹੈ ਕਿ ਨਜ਼ਰਬੰਦੀ ਗੈਰ ਕਾਨੂੰਨੀ ਹੈ ਤਾਂ ਅਦਾਲਤ ਨਜ਼ਰਬੰਦ ਵਿਅਕਤੀ ਨੂੰ ਰਿਹਾ ਕਰਨ ਦਾ ਹੁਕਮ ਦੇਵੇਗੀ। ਠੀਕ ਹੈ ਨਾ। ਜੇ ਅਦਾਲਤ ਨੂੰ ਲੱਗਾ ਵੀ ਯਾਰ ਵੀ ਇਹਨੂੰ ਐਵੇਂ ਫੜ ਲਿਆ, ਤਾਂ ਫਿਰ ਉਹ ਕਹਿੰਦੀ ਹੈ ਕਿ ਤੁਸੀਂ ਇਸ ਬੰਦੇ ਨੂੰ ਰਿਹਾ ਕਰ ਦਿਓ। ਮਤਲਬ ਤੁਹਾਨੂੰ ਕੋਈ ਕਿਸੇ ਨੇ ਫੜ ਲਿਆ ਤਾਂ ਤੁਸੀਂ ਉਹਦੇ ਖਿਲਾਫ ਸੁਪਰੀਮ ਕੋਰਟ 'ਚ ਅਰਜੀ ਪਾਤੀ ਕਿ ਦੇਖੋ ਜੀ ਮੇਰਾ ਫੰਡਾਮੈਂਟਲ ਰਾਈਟ ਆਹਤ ਹੋਇਆ, ਤਾਂ ਸੁਪਰੀਮ ਕੋਰਟ ਕਹਿੰਦੀ ਕਿ ਉਹ ਬੰਦੇ ਨੂੰ ਮੇਰੇ ਸਾਹਮਣੇ ਲਿਆਓ। ਫਿਰ ਸੁਪਰੀਮ ਕੋਰਟ ਉਸ ਦੇ ਬਾਰੇ ਕੋਰਟ ਦੇਖਦੀ ਆ ਵੀ ਹਾਂ ਵੀ ਸੱਚੀ ਕਿਸੇ ਕਾਰਨਵਸ਼ ਫੜਿਆ ਕਿ ਐਵੇਂ ਫੜ ਲਿਆ। ਤਾਂ ਫਿਰ ਜੇ ਉਹਨੂੰ ਲੱਗਾ ਕਿ ਨਹੀਂ ਉਹਦੀ ਹਿਰਾਸਤ ਕਰਨੀ ਗੈਰ ਕਾਨੂੰਨੀ ਆ, ਤਾਂ ਅਦਾਲਤ ਕੀ ਕਰਦੀ ਆ, ਵਿਅਕਤੀ ਨੂੰ ਰਿਹਾ ਕਰਨ ਦੇ ਹੁਕਮ ਦੇ ਦੇਵੇਗੀ। ਇਸ ਤਰ੍ਹਾਂ ਹੈਬੀਅਸ ਕਾਰਪਸ ਦੀ ਰਿਟ ਮਨਮਾਨੀ ਨਜ਼ਰਬੰਦੀ ਦੇ ਵਿਰੁੱਧ ਵਿਅਕਤੀਗਤ ਸੁਤੰਤਰਤਾ ਦੀ ਇੱਕ ਰੱਖਿਅਕ ਕੰਧ ਹੈ, ਬੁਲਵਾਰਕ ਹੈ। ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਟੇਟ ਆ ਜਾਂ ਕੋਈ ਅਥਾਰਟੀ ਆ ਸਾਨੂੰ ਆਪਣੀ ਮਨਮਾਨੀ ਨਾਲ ਨਜ਼ਰਬੰਦ ਨਹੀਂ ਕਰ ਸਕਦਾ, ਕੈਦ ਨਹੀਂ ਕਰ ਸਕਦਾ। ਮਨਮਾਨੀ ਨਾਲ ਨਜ਼ਰਬੰਦੀ ਦੇ ਵਿਰੁੱਧ ਇਹ ਕੀ ਆ, ਸਾਡੀ ਪਰਸਨਲ ਲਿਬਰਟੀ ਲਈ ਬਹੁਤ ਇੰਪੋਰਟੈਂਟ ਸੁਰੱਖਿਆ ਆ, ਕੰਧ ਦੇ ਰੂਪ 'ਚ ਕੰਮ ਕਰਦੀ ਹੈ। ਇੱਕ ਬੁਲਵਾਰਕ ਆ, ਬੁਲਵਾਰਕ ਮਤਲਬ ਰੱਖਿਅਕ ਕੰਧ ਹੈ। ਇਹ ਸਾਨੂੰ ਸੁਰੱਖਿਆ ਪ੍ਰਦਾਨ ਕਰਦੀ ਆ ਕਿ ਸਾਨੂੰ ਮਨਮਾਨੀ ਢੰਗ ਨਾਲ ਕੋਈ ਕੈਦ ਨਹੀਂ ਕਰ ਸਕਦਾ, ਨਜ਼ਰਬੰਦ ਨਹੀਂ ਕਰ ਸਕਦਾ। ਇਹ ਰਿਟ ਜਨਤਕ ਅਥਾਰਟੀਆਂ ਮਤਲਬ ਪਬਲਿਕ ਅਥਾਰਟੀਜ਼ ਦੇ ਨਾਲ ਨਿੱਜੀ ਵਿਅਕਤੀਆਂ ਦੋਵਾਂ ਵਿਰੁੱਧ ਜਾਰੀ ਕੀਤੀ ਜਾ ਸਕਦੀ ਹੈ। ਪਬਲਿਕ ਅਥਾਰਟੀ ਜਿੱਦਾਂ ਕੋਈ ਪੁਲਿਸ ਵਗੈਰਾ ਹੋ ਗਈ, ਹਨਾ, ਤੇ ਇਸ ਦੇ ਨਾਲ ਕੋਈ ਇੱਕ ਪਰਸਨਲ ਬੰਦਾ ਜਿਸਨੇ ਦੂਸਰੇ ਬੰਦੇ ਨੂੰ ਫੜਿਆ ਆ, ਕੈਦ ਕਰਿਆ, ਕੀਤਾ ਆ, ਉਸ ਦੇ ਖਿਲਾਫ ਵੀ ਜਾਰੀ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਅੱਗੇ ਹੈ ਜੀ ਮੈਂਡਮਸ। ਮੈਂਡਮਸ ਦਾ ਹੁੰਦਾ ਮਤਲਬ ਕੀ ਆ, ਹੁਕਮ ਦੇਣਾ। ਮੈਂਡਮਸ ਦਾ ਲਿਟਰਲ ਮਤਲਬ ਅਸੀਂ ਹੁਕਮ ਦਿੰਦੇ ਹਾਂ। ਇਸ ਵਿੱਚ ਅਦਾਲਤ ਹੁਕਮ ਦਿੰਦੀ ਆ। ਜੇਕਰ ਕਿਸੇ ਸਰਕਾਰੀ ਅਧਿਕਾਰੀ ਨੇ ਆਪਣੀ ਸਰਕਾਰੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਹ ਆਪਣੀ ਸਰਕਾਰੀ ਡਿਊਟੀ ਨਹੀਂ ਕਰਦਾ ਪਿਆ ਜਾਂ ਆਪਣੀ ਸਰਕਾਰੀ ਡਿਊਟੀ ਕਰਨ ਵਿੱਚ ਉਹ ਅਸਫਲ ਰਿਹਾ ਹੈ, ਤਾਂ ਅਦਾਲਤ ਉਸ ਨੂੰ ਸਰਕਾਰੀ ਡਿਊਟੀ ਨਿਭਾਉਣ ਲਈ ਹੁਕਮ ਜਾਰੀ ਕਰ ਸਕਦੀ ਹੈ। ਤਾਂ ਅਦਾਲਤ ਉਸ ਨੂੰ ਮੈਂਡਮਸ ਰਿਟ ਰਾਹੀਂ ਕਹਿ ਸਕਦੀ ਹੈ, ਹੁਕਮ ਦੇ ਸਕਦੀ ਹੈ, ਆਦੇਸ਼ ਜਾਰੀ ਕਰ ਸਕਦੀ ਹੈ ਕਿ ਤੁਸੀਂ
अपनी ड्यूटी पूरी करो, अपनी ड्यूटी निभाओ। ठीक है ना। सरकारी अधिकारी ਨੂੰ ਕਹਿ ਸਕਦੀ ਹੈ ਕਿ ਤੁਸੀਂ ਆਪਣੀ ਸਰਕਾਰੀ ਡਿਊਟੀ ਕਰੋ। ਇਹ ਹੁਕਮ ਹੇਠਲੀ ਅਦਾਲਤ, ਟ੍ਰਿਬਿਊਨਲ, ਕਾਰਪੋਰੇਸ਼ਨ ਜਾਂ ਜਨਤਕ ਅਦਾਰੇ ਨੂੰ ਵੀ ਜਾਰੀ ਕੀਤਾ ਜਾ ਸਕਦਾ ਹੈ। ਲੋਅਰ ਕੋਰਟ, ਉਹ ਅੱਪਰ ਵਾਲੀ ਕੋਰਟ ਲੋਅਰ ਕੋਰਟ ਨੂੰ ਕਹਿ ਸਕਦੀ ਹੈ। ਕਿਸੇ ਟ੍ਰਿਬਿਊਨਲ ਨੂੰ ਕਿਹਾ ਜਾ ਸਕਦਾ ਹੈ। ਟ੍ਰਿਬਿਊਨਲ ਵੀ ਇੱਕ ਅਦਾਲਤ ਟਾਈਪ ਹੁੰਦਾ ਜੀ, ਪਰ ਇਹ ਸਪੈਸੀਫਿਕਲੀ ਕੁਝ ਖਾਸ ਪਰਪਸ ਲਈ ਹੁੰਦੇ ਆ, ਅਸੀਂ ਪੜ੍ਹਾਂਗੇ ਅੱਗੇ। ਕਾਰਪੋਰੇਸ਼ਨ ਹੋ ਸਕਦੀ ਹੈ, ਕੋਈ ਜਨਤਕ ਅਦਾਰਾ ਹੋ ਸਕਦਾ ਆ, ਇਹਨਾਂ ਸਾਰਿਆਂ ਨੂੰ ਇਹ ਰਿਟ ਜਾਰੀ ਕੀਤੀ ਜਾ ਸਕਦੀ ਹੈ। ਅੱਛਾ ਜੀ, ਹੁਣ ਗੱਲ ਕਰਦੇ ਹਾਂ ਜੀ ਕਿ ਇਹ ਰਿਟ ਹੇਠ ਲਿਖੇ ਮਾਮਲਿਆਂ ਵਿੱਚ ਜਾਰੀ ਨਹੀਂ ਕੀਤੀ ਜਾ ਸਕਦੀ। ਕਿਹੜੇ ਕਿਹੜੇ ਮਾਮਲੇ ਵਿੱਚ ਇਹ ਰਿਟ ਜਾਰੀ ਨਹੀਂ ਕੀਤੀ ਜਾ ਸਕਦੀ? ਕਿਸੇ ਨਿੱਜੀ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ, ਕਿਸੇ ਪਰਸਨਲ ਵਿਅਕਤੀ ਜਾਂ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨ ਆ, ਉਹਨੂੰ ਨਹੀਂ ਅਸੀਂ ਕਹਿ ਸਕਦੇ ਕਿ ਤੂੰ ਆਹ ਕੰਮ ਕਰ, ਤੂੰ ਆਹ ਡਿਊਟੀ ਕਰ। ਇਸ ਤਰ੍ਹਾਂ ਉਹਨਾਂ ਲਈ ਇਹ ਰਿਟ ਜਾਰੀ ਨਹੀਂ ਕੀਤੀ ਜਾ ਸਕਦੀ। ਅਜਿਹੀ ਵਿਭਾਗੀ ਹਦਾਇਤਾਂ ਨੂੰ ਲਾਗੂ ਕਰਨ ਲਈ ਜਿਨ੍ਹਾਂ ਕੋਲ ਕਾਨੂੰਨੀ ਸ਼ਕਤੀ ਨਹੀਂ ਹੈ। ਠੀਕ ਹੈ ਨਾ। ਮੰਨ ਲਓ ਕਿ ਕੋਈ ਅਜਿਹੀ ਇੰਸਟਰਕਸ਼ਨ ਆ ਜਿਹਦੇ ਪਿੱਛੇ ਸਟੈਚੂਟਰੀ ਓਬਲੀਗੇਸ਼ਨ ਆ। ਠੀਕ ਹੈ ਨਾ। ਟੂ ਐਨਫੋਰਸ ਡਿਪਾਰਟਮੈਂਟਲ ਇੰਸਟਰਕਸ਼ਨਸ ਡੈਟ ਡਜ਼ ਨੋਟ ਪੋਸੈਸ ਸਟੈਚੂਟਰੀ ਫੋਰਸ। ਸਟੈਚੂਟਰੀ ਫੋਰਸ ਦਾ ਮਤਲਬ ਕਾਨੂੰਨੀ ਰੂਪ ਵਿੱਚ ਇਹ ਗੱਲ ਮਾન્ય ਨਹੀਂ ਆ। ਕੋਈ ਇੰਸਟਰਕਸ਼ਨ ਆ, ਉਹਨੂੰ ਲਾਗੂ ਕਰਨਾ ਕਾਨੂੰਨੀ ਰੂਪ ਵਿੱਚ ਕੋਈ ਕਿਹਾ ਨਹੀਂ ਗਿਆ ਕਿ ਕਾਨੂੰਨ ਨਹੀਂ ਕਹਿੰਦਾ ਕਿ ਉਹਨੂੰ ਲਾਗੂ ਕਰਨਾ ਹੀ ਕਰਨਾ ਆ। ਜੇ ਕਾਨੂੰਨ ਨਹੀਂ ਕਹਿੰਦਾ ਤਾਂ ਉਸ ਟਾਈਪ ਦੀ ਡਿਪਾਰਟਮੈਂਟਲ ਇੰਸਟਰਕਸ਼ਨ ਨੂੰ ਵੀ ਲਾਗੂ ਕਰਵਾਉਣ ਲਈ ਇਹ ਰਿਟ ਜਾਰੀ ਨਹੀਂ ਕੀਤੀ ਜਾ ਸਕਦੀ। ਅੱਛਾ ਜੀ, ਜਦੋਂ ਡਿਊਟੀ ਡਿਸਕ੍ਰਿਸ਼ਨਰੀ ਹੈ, ਡਿਸਕ੍ਰਿਸ਼ਨਰੀ ਮਤਲਬ ਅਖਤਿਆਰੀ, ਮੀਨ ਤੁਹਾਡੇ ਉੱਤੇ ਜਿਹੜੀ ਡਿਊਟੀ ਆ ਉਹ ਡਿਸਕ੍ਰਿਸ਼ਨਰੀ ਹੈ। ਡਿਸਕ੍ਰਿਸ਼ਨਰੀ ਦਾ ਮਤਲਬ ਹੁੰਦਾ ਆ ਕਿ ਤੁਹਾਡੇ ਆਪਣੇ ਵਿਵੇਕ ਦੇ ਉੱਤੇ ਆ ਕਿ ਤੁਸੀਂ ਉਸ ਨੂੰ ਲਾਗੂ ਕਰਨਾ ਆ, ਕਦੋਂ ਕਰਨਾ ਆ, ਕਿਹੜੇ ਮੌਕੇ ਕਰਨਾ ਆ, ਇਹ ਤੁਹਾਡੇ ਆਪਣੇ ਮਨ ਦੇ ਉੱਤੇ ਡਿਪੈਂਡ ਆ। ਡਿਸਕ੍ਰਿਸ਼ਨਰੀ ਇੱਕ ਹੁੰਦਾ ਡਿਸਕ੍ਰਿਸ਼ਨਰੀ ਅਤੇ ਇੱਕ ਹੁੰਦਾ ਕੰਪਲਸਰੀ। ਕੰਪਲਸਰੀ ਹੁੰਦਾ ਕਿ ਤੁਸੀਂ ਉਹ ਡਿਊਟੀ ਕਰਨੀ ਹੀ ਕਰਨੀ ਆ। ਡਿਸਕ੍ਰਿਸ਼ਨਰੀ ਹੁੰਦਾ ਕਿ ਤੁਹਾਡੀ ਪਾਵਰ ਵਿੱਚ ਉਹ ਡਿਊਟੀ ਆਉਂਦੀ ਆ ਪਰ ਤੁਸੀਂ ਨਹੀਂ ਵੀ ਕਰ ਸਕਦੇ। ਇਹ ਤੁਹਾਡੇ ਆਪਣੇ ਡਿਸੀਜ਼ਨ 'ਤੇ ਆ, ਹੈ ਨਾ, ਆਪਣੇ ਨਿਰਣੇ 'ਤੇ ਆ। ਮਤਲਬ ਉਹ ਡਿਊਟੀ ਲਾਜ਼ਮੀ ਨਹੀਂ ਹੈ। ਜੇ ਡਿਊਟੀ ਲਾਜ਼ਮੀ ਨਹੀਂ ਹੈ ਤਾਂ ਇਹ ਰਿਟ ਜਾਰੀ ਨਹੀਂ ਕੀਤੀ ਜਾ ਸਕਦੀ। ਜੇ ਤੁਸੀਂ ਕਿਸੇ ਨਾਲ ਕੰਟਰੈਕਚੁਅਲ ਓਬਲੀਗੇਸ਼ਨ ਕੀਤੀ ਆ, ਕੰਟਰੈਕਟ ਸਾਈਨ ਕੀਤਾ ਆ, ਇਕਰਾਰਨਾਮਾ ਕੀਤਾ ਆ, ਤਾਂ ਉਸ ਇਕਰਾਰਨਾਮੇ ਦੀ ਜ਼ਿੰਮੇਵਾਰੀ ਨੂੰ ਲਾਗੂ ਕਰਨ ਲਈ ਵੀ ਇਹ ਰਿਟ ਜਾਰੀ ਨਹੀਂ ਕੀਤੀ ਜਾ ਸਕਦੀ। ਭਾਰਤ ਦੇ ਰਾਸ਼ਟਰਪਤੀ ਜਾਂ ਰਾਜ ਦੇ ਰਾਜਪਾਲਾਂ ਦੇ ਵਿਰੁੱਧ ਵੀ ਇਹ ਰਿਟ ਨਹੀਂ ਲਾਈ ਜਾ ਸਕਦੀ। ਨਿਆਇਕ ਸੰਪਰਨਤਾ ਵਿੱਚ ਕੰਮ ਕਰ ਰਹੇ ਹਾਈ ਕੋਰਟ ਦੇ ਚੀਫ ਜਸਟਿਸ ਦੇ ਵਿਰੁੱਧ, ਹਾਈ ਕੋਰਟ ਦਾ ਜਿਹੜਾ ਸਭ ਤੋਂ ਵੱਡਾ ਜੱਜ ਹੁੰਦਾ ਆ ਚੀਫ ਜਸਟਿਸ, ਜੇ ਉਹ ਆਪਣੀ ਜੁਡੀਸ਼ੀਅਲ ਕਪੈਸਿਟੀ ਵਿੱਚ ਕੰਮ ਕਰਦਾ ਪਿਆ ਆ ਤਾਂ ਉਹਦੇ ਖਿਲਾਫ ਵੀ ਤੁਸੀਂ ਇਹ ਰਿਟ ਨਹੀਂ ਲੈ ਕੇ ਆ ਸਕਦੇ। ਜੁਡੀਸ਼ੀਅਲ ਕਪੈਸਿਟੀ ਸਮਝਦੇ ਵੀ ਉਹ ਆਪਣੇ ਆਫਿਸ ਦਾ, ਉਹ ਆਪਣੇ ਨਿਆਂਪਾਲਿਕਾ ਦਾ ਉਹ ਜਾਂ ਕਰਿੰਦਾ ਆ, ਤਾਂ ਉਹ ਆਪਣਾ ਆਫਿਸ ਦਾ ਵਰਕ ਕਰਦਾ ਪਿਆ ਆ ਤੇ ਉਸ ਕੰਮ ਲਈ ਤੁਸੀਂ ਇਹ ਰਿਟ ਨਹੀਂ ਲੈ ਕੇ ਆ ਸਕਦੇ। ਠੀਕ ਹੈ ਜੀ, ਪੜ੍ਹ ਲਿਓ ਜੀ ਇਹਨੂੰ। ਅੱਗੇ ਗੱਲ ਆਉਂਦੀ ਜੀ ਪ੍ਰੋਹਿਬਿਸ਼ਨ, ਮਨਾਹੀ। ਪ੍ਰੋਹਿਬਿਸ਼ਨ ਦਾ ਮਤਲਬ ਮਨਾ ਕਰਨਾ। ਹੁਣ ਇਹਦੇ ਵਿੱਚ ਕੀ ਆ ਕਿ ਅਦਾਲਤ ਆ ਨਾ, ਉਹ ਮਨਾ ਕਰਦੀ ਆ ਨਿਚਲੀ ਅਦਾਲਤਾਂ ਨੂੰ ਜਾਂ ਟ੍ਰਿਬਿਊਨਲ ਨੂੰ ਕਿ ਤੁਸੀਂ ਆਹ ਜਿਹੜਾ ਫੈਸਲਾ ਲੈਣ ਲੱਗੇ ਆ ਜਾਂ ਆਹ ਜੋ ਤੁਸੀਂ ਕੰਮ ਕਰ ਰਹੇ ਆ ਉਹ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਇਹ ਰਿਟ ਉੱਚ ਅਦਾਲਤ ਦੁਆਰਾ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਨੂੰ ਜਾਰੀ ਕੀਤੀ ਜਾਂਦੀ ਹੈ, ਸਿਰਫ ਨਿਆਇਕ ਅਤੇ ਅਰਧ ਨਿਆਇਕ ਅਧਿਕਾਰੀਆਂ ਦੇ ਵਿਰੁੱਧ। ਮਤਲਬ ਜਿਹੜੇ ਅਧਿਕਾਰੀ ਕੀ ਆ, ਨਿਆਇਕ ਜਾਂ ਅਰਧ ਨਿਆਇਕ, ਜੁਡੀਸ਼ੀਅਲ ਕਰੈਕਟਰ ਦੇ ਅਧਿਕਾਰੀ ਆ। ਅਰਧ ਨਿਆਇਕ ਹੁੰਦਾ ਜੀ ਟ੍ਰਿਬਿਊਨਲ ਟਾਈਪ ਦੇ ਮੈਂਬਰ। ਠੀਕ ਹੈ ਨਾ, ਤੇ ਉਹਨਾਂ ਦੇ ਖਿਲਾਫ ਹੀ ਜਾਰੀ ਕੀਤੀ ਜਾ ਸਕਦੀ ਆ। ਇੱਥੇ ਅਜਿਹੇ ਆਫੀਸ਼ੀਅਲ ਜਿਨ੍ਹਾਂ ਦਾ ਜਿਹੜਾ ਨੇਚਰ ਆ, ਜਿਨ੍ਹਾਂ ਦਾ ਕੰਮ ਆ ਉਹ ਜੁਡੀਸ਼ਰੀ ਨਾਲ ਸੰਬੰਧਿਤ ਆ, ਨਿਆਏ ਨਾਲ ਸੰਬੰਧਿਤ ਆ, ਉਹਨਾਂ ਬੰਦਿਆਂ ਦੇ ਖਿਲਾਫ ਹੀ ਪ੍ਰੋਹਿਬਿਸ਼ਨ ਦੀ ਰਿਟ ਜਾਰੀ ਕੀਤੀ ਜਾ ਸਕਦੀ ਹੈ। ਇਹ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਨੂੰ ਆਪਣੇ ਅਧਿਕਾਰ ਖੇਤਰ ਤੋਂ ਵਧਣ ਤੋਂ ਰੋਕਦਾ ਹੈ ਵੀ ਹੇ ਲੋਅਰ ਕੋਰਟ, ਹੇ ਟ੍ਰਿਬਿਊਨਲ, ਤੁਸੀਂ ਕੀ ਕਰ ਰਹੇ ਆ, ਤੁਸੀਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਰਹੇ ਆ ਤੇ ਇਸ ਲਈ ਅਸੀਂ ਤੁਹਾਨੂੰ ਹਦਾਇਤ ਦਿੰਦੇ ਆ ਰਿਟ ਜਾਰੀ ਕਰਕੇ ਪ੍ਰੋਹਿਬਿਸ਼ਨ ਦੀ ਕਿ ਤੁਸੀਂ ਆਹ ਕੰਮ ਨਾ ਕਰੋ, ਇਹ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਠੀਕ ਹੈ ਜੀ। ਅੱਗੇ ਹੈ ਜੀ ਸਰਟੀਓਰੀ। ਸਰਟੀਓਰੀ ਦਾ ਮਤਲਬ ਹੁੰਦਾ ਜੀ ਸਰਟੀਫਾਈ ਕਰਨਾ, ਮਤਲਬ ਪ੍ਰਮਾਣਿਤ ਕੀਤਾ ਜਾਣਾ ਜਾਂ ਸੂਚਿਤ ਕੀਤਾ ਜਾਣਾ। ਬੇਸਿਕਲੀ ਪ੍ਰਮਾਣਿਤ, ਠੀਕ ਹੈ ਜੀ, ਪ੍ਰਮਾਣਿਤ ਕੀਤਾ ਜਾਣਾ, ਸਰਟੀਫਾਈਡ ਕਰਨਾ। ਇਸ ਵਿੱਚ ਕੀ ਹੁੰਦਾ, ਇਹ ਰਿਟ ਉੱਚ ਅਦਾਲਤ ਦੁਆਰਾ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਨੂੰ ਜਾਰੀ ਕੀਤੀ ਜਾਂਦੀ ਹੈ। ਇਹ ਵੀ ਉੱਚ ਅਦਾਲਤ ਦੁਆਰਾ
ਜਿਹੜੀ ਹੇਠਲੀਆਂ ਅਦਾਲਤਾਂ ਆ ਜਾਂ ਟ੍ਰਿਬਿਊਨਲਾਂ ਨੂੰ ਜਾਰੀ ਕੀਤੀ ਜਾਂਦੀ ਹੈ ਪਿਛਲੀ ਰਿਟ ਵਾਂਗੂ। ਇਹਦਾ ਕੀ ਉਦੇਸ਼ ਹੈ ਜੀ? ਪਿਛਲੀ ਰਿਟ 'ਚ ਅਸੀਂ ਪੜ੍ਹਿਆ ਕਿ ਸਿਰਫ ਮਨਾ ਕਰਨਾ, ਪਰ ਇਸ ਵਿੱਚ ਕੀ ਆ? ਇਸ ਵਿੱਚ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਕੋਲ ਲੰਬਿਤ ਕਿਸੇ ਕੇਸ ਨੂੰ ਆਪਣੇ ਕੋਲ ਤਬਦੀਲ ਕਰ ਲਿਆ ਜਾਂਦਾ ਹੈ। ਕੋਈ ਕੇਸ ਆ ਉਹ ਲੋਅਰ ਕੋਰਟ ਕੀ ਆ? ਪੈਂਡਿੰਗ ਆ, ਉਹ ਲੰਬਿਤ ਆ, ਪੈਂਡਿੰਗ ਆ, ਤੇ ਉੱਪਰ ਵਾਲੀ ਕੋਰਟ ਕਹਿ ਸਕਦੀ ਆ ਕਿ ਤੁਸੀਂ ਇਹ ਕੇਸ ਮੇਰੇ ਹਵਾਲੇ ਕਰ ਦਿਓ। ਟ੍ਰਾਂਸਫਰ ए केस पेंडिंग विद द लोअर कोर्ट और ट्रिब्यूनल टू इटसेल्फ, है ना, इटसेल्फ भी तुसी ਇਹ ਕੇਸ ਨੂੰ ਮੇਰੇ ਹਵਾਲੇ ਕਰ ਦਿਓ। ਜਾਂ ਦੂਸਰਾ ਕੰਮ ਕੀ ਕਰ ਸਕਦੀ ਆ? ਕਿਸੇ ਕੇਸ ਵਿੱਚ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਦੇ ਹੁਕਮਾਂ ਨੂੰ ਰੱਦ ਕਰ ਸਕਦੀ ਹੈ। ਇਸ ਕੇਸ ਵਿੱਚ ਅਦਾਲਤ ਆ ਜਿਹੜੀ ਉਹ ਲੋਅਰ ਕੋਰਟ ਜਾਂ ਟ੍ਰਿਬਿਊਨਲ ਨੂੰ ਹੁਕਮ ਦੇ ਸਕਦੀ ਆ ਕਿ ਤੁਸੀਂ ਕੀ ਕਰੋ, ਜਿਹੜਾ ਤੁਹਾਡੇ ਕੋਲ ਕੇਸ ਪੈਂਡਿੰਗ ਆ ਉਹ ਸਾਨੂੰ ਦੇ ਦਿਓ, ਜਾਂ ਤੁਸੀਂ ਜਿਹੜਾ ਹੁਕਮ ਜਾਰੀ ਕੀਤਾ ਆ ਅਸੀਂ ਉਹਨੂੰ ਰੱਦ ਕਰਦੇ ਹਾਂ। ਕਿਸੇ ਕੇਸ ਵਿੱਚ ਹੇਠਲੀ ਅਦਾਲਤ ਜਾਂ ਟ੍ਰਿਬਿਊਨਲ ਦੇ ਹੁਕਮਾਂ ਨੂੰ ਰੱਦ ਕਰ ਸਕਦੀ ਹੈ। ਅੱਛਾ ਜੀ, ਹੁਣ ਇਸ ਉਦੇਸ਼ ਦੀ ਨੇਚਰ ਸਮਝ ਲਈਏ ਕਿਸ ਤਰ੍ਹਾਂ ਦੀ ਆ। ਇਹ ਰੋਕਥਾਮ ਦੇ ਨਾਲ ਉਪਚਾਰਕ ਵੀ ਹੈ। ਪਿਛਲੀ ਜਿਹੜੀ ਸੀ ਰਿਟ ਪ੍ਰੋਹੀਬਿਸ਼ਨ, ਉਸ ਵਿੱਚ ਇਹ ਸਿਰਫ ਸੀਗਾ ਕਿ ਤੁਸੀਂ ਆਹ ਕੰਮ ਨਾ ਕਰੋ। ਇਹਦੇ ਵਿੱਚ ਕੀ ਆ ਕਿ ਉਸਨੂੰ ਲੋਅਰ ਕੋਰਟ ਨੂੰ ਰੋਕ ਕੇ ਕੇਸ ਆਪਣੇ ਕੋਲ ਲੈ ਲਿਆ ਜਾਂਦਾ। ਇਹ ਉਪਚਾਰਕ ਵੀ ਆ। 1991 ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਕਿ ਵਿਅਕਤੀਗਤ ਅਧਿਕਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਬੰਧਕੀ ਅਥਾਰਟੀਆਂ ਦੇ ਖਿਲਾਫ ਵੀ ਸਰਟੀਓਰੀ ਰਿਟ ਜਾਰੀ ਕੀਤੀ ਜਾ ਸਕਦੀ ਹੈ। ਕੋਈ ਆਪਣੇ ਐਡਮਿਨਿਸਟ੍ਰੇਟਿਵ ਅਥਾਰਟੀ ਆ, ਠੀਕ, ਉਸਨੇ ਕੁਝ ਇਸ ਤਰ੍ਹਾਂ ਦਾ ਫੈਸਲਾ ਲਿਆ ਜਿਸ ਨਾਲ ਕਿਸੇ ਦੇ ਵਿਅਕਤੀਗਤ ਅਧਿਕਾਰ ਪ੍ਰਭਾਵਿਤ ਹੋਏ, ਤਾਂ ਇਸ ਐਡਮਿਨਿਸਟ੍ਰੇਟਿਵ ਅਥਾਰਟੀਆਂ ਦੇ ਖਿਲਾਫ ਵੀ ਸਰਟੀਓਰੀ ਰਿਟ ਜਾਰੀ ਕੀਤੀ ਜਾ ਸਕਦੀ ਹੈ। ਇਹ ਇੰਪੋਰਟੈਂਟ ਪੁਆਇੰਟ ਹੋ ਗਿਆ। ਹੁਣ ਤੁਸੀਂ ਪੜ੍ਹਿਆ ਹੋਣਾ ਕਿ ਅਦਾਲਤ ਜਾਂ ਟ੍ਰਿਬਿਊਨਲ ਦੇ ਖਿਲਾਫ, ਪਰ ਸੁਪਰੀਮ ਕੋਰਟ ਨੇ ਕਿਹਾ ਨਹੀਂ, ਇਹਨਾਂ ਦੇ ਨਾਲ ਜੇ ਕੋਈ ਐਡਮਿਨਿਸਟ੍ਰੇਟਿਵ ਅਥਾਰਟੀ ਆ, ਜੇ ਉਸਨੇ ਵੀ ਕੁਝ ਇਸ ਤਰ੍ਹਾਂ ਦਾ ਫੈਸਲਾ ਲਿਆ ਆ ਜਿਹੜਾ ਵਿਅਕਤੀਗਤ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ, ਤਾਂ ਉਹਨਾਂ ਦੇ ਖਿਲਾਫ ਵੀ ਇਹ ਰਿਟ ਜਾਰੀ ਕੀਤੀ ਜਾ ਸਕਦੀ ਹੈ। ਇਹ ਗੱਲ ਯਾਦ ਰੱਖਿਓ, ਕਿਉਂਕਿ ਜੋ ਸੁਪਰੀਮ ਕੋਰਟ ਨੇ ਫੈਸਲੇ ਦਿੱਤੇ ਹੁੰਦੇ ਨਾ, ਉਹਨਾਂ ਉੱਤੇ ਪ੍ਰਸ਼ਨ ਜ਼ਿਆਦਾ ਬਣ ਜਾਂਦਾ। ਹੁਣ ਸਾਡੇ ਮਾਈਂਡ 'ਚ ਤਾਂ ਆਹੀ ਆ ਕਿ ਅਦਾਲਤ ਜਾਂ ਟ੍ਰਿਬਿਊਨਲ ਦੇ ਖਿਲਾਫ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਐਡਮਿਨਿਸਟ੍ਰੇਟਿਵ ਅਥਾਰਟੀ ਦੇ ਖਿਲਾਫ ਵੀ ਰਿਟ ਜਾਰੀ ਕੀਤੀ ਜਾ ਸਕਦੀ ਹੈ ਸਰਟੀਓਰੀ ਵਾਲੀ। ਅੱਛਾ ਜੀ, ਅੱਗੇ ਦੇਖਦੇ ਹਾਂ ਜੀ। ਇਹ ਵਿਧਾਨਕ ਸੰਸਥਾਵਾਂ ਅਤੇ ਨਿੱਜੀ ਵਿਅਕਤੀਆਂ ਜਾਂ ਸੰਸਥਾਵਾਂ ਦੇ ਵਿਰੁੱਧ ਉਪਲਬਧ ਨਹੀਂ ਹੈ। ਕੋਈ ਸਾਡੇ ਕੋਲ ਲੈਜਿਸਲੇਟਿਵ ਬੋਡੀ ਦਾ, ਜਿਸ ਤਰ੍ਹਾਂ ਸੰਸਦ ਹੋ ਗਈ, ਹੈ ਨਾ, ਰਾਜ ਲੈਵਲ 'ਤੇ ਵਿਧਾਨ ਸਭਾ ਹੋ ਗਈ, ਜਾਂ ਕੋਈ ਇੱਕ ਇਨਸਾਨ ਹੋ ਗਿਆ, ਜਾਂ ਕੋਈ ਹੋਰ ਸੰਸਥਾ ਹੋ ਗਈ, ਕੋਈ, ਇਹਨਾਂ ਦੇ ਖਿਲਾਫ ਕੀ ਆ, ਇਹ ਰਿਟ ਉਪਲਬਧ ਨਹੀਂ ਆ। ਅੱਗੇ ਗੱਲ ਆਉਂਦੀ ਹੈ ਜੀ ਕਿਉ ਵਾਰੰਟੋ ਦੀ। ਸਾਡੀ ਪੰਜਵੀਂ ਰਿਟ ਕਿਉ ਵਾਰੰਟੋ। ਇਹਦਾ ਮਤਲਬ ਆ ਜੀ ਕਿਹੜੇ ਅਧਿਕਾਰ ਜਾਂ ਵਾਰੰਟ ਦੁਆਰਾ, ਜਿਹੜਾ ਸੋਚ ਕੇ ਦੇਖੋ, ਇੱਕ ਕੇਸ ਆ, ਇੱਕ ਬੰਦੇ ਕੋਲ ਕੋਈ ਸਰਕਾਰੀ ਪੋਸਟ ਹੈਗੀ ਆ, ਕੋਈ ਸਰਕਾਰੀ ਆਫਿਸ ਨੂੰ ਉਹ ਹੋਲਡ ਕਰਦਾ, ਤੇ ਦੂਸਰਾ ਬੰਦਾ ਕਹਿ ਸਕਦਾ ਕਿ ਇਸ ਬੰਦੇ ਕੋਲ ਤਾਂ ਐਲੀਜੀਬਿਲਿਟੀ ਨਹੀਂ ਹੈਗੀ, ਇਹ ਕਿਹੜੀ ਅਥਾਰਟੀ ਨਾਲ ਇਸ ਆਫਿਸ ਨੂੰ ਹੋਲਡ ਕਰ ਰਿਹਾ। ਦੇਖੋ ਜੀ, ਜੇਕਰ ਕੋਈ ਵਿਅਕਤੀ ਏ ਜਨਤਕ ਅਹੁਦਾ ਰੱਖਦਾ ਹੈ, ਕਿਸੇ ਵਿਅਕਤੀ ਏ ਕੋਲ ਕੋਈ ਕੀ ਆ, ਜਨਤਕ ਅਹੁਦਾ, ਹੈ ਨਾ, ਇੱਕ ਪਬਲਿਕ ਪੋਜੀਸ਼ਨ, ਪਬਲਿਕ ਆਫਿਸ ਹੋਲਡ ਕਰਦਾ ਪਿਆ ਉਹ, ਤਾਂ ਕੋਈ ਹੋਰ ਵਿਅਕਤੀ ਬੀ ਜਨਤਕ ਅਹੁਦਾ ਰੱਖਣ ਲਈ ਏ ਦੀ ਕਾਨੂੰਨੀਤਾ ਨੂੰ ਚੁਣੌਤੀ ਦੇ ਸਕਦਾ ਹੈ। ਲੀਗੈਲਿਟੀ, ਕਾਨੂੰਨੀਤਾ ਨੂੰ ਚੁਣੌਤੀ ਦੇ ਸਕਦਾ ਹੈ। ਉਹ ਪੁੱਛ ਸਕਦਾ ਹੈ ਕਿ ਕੀ ਕਾਨੂੰਨ ਦੁਆਰਾ ਇਹ ਇਸ ਆਫਿਸ ਨੂੰ ਹੋਲਡ ਕਰਨ ਦੇ ਯੋਗ ਹੈ ਜਾਂ ਨਹੀਂ ਹੈ। ਉਹ ਚੁਣੌਤੀ ਕਰ ਸਕਦਾ ਆ ਵੀ ਭਾਈ ਇਹ ਬੰਦਾ ਕਿਸ ਤਰ੍ਹਾਂ ਇਹ ਆਫਿਸ ਨੂੰ ਹੋਲਡ ਕਰਦਾ ਪਿਆ ਆ, ਇਹਦੇ ਕੋਲ ਤਾਂ ਐਲੀਜੀਬਿਲਿਟੀ ਨਹੀਂ। ਉਹ ਪੁੱਛ ਸਕਦਾ ਆ ਅੰਡਰ ਕਿਉ ਵਾਰੰਟੋ, ਮਤਲਬ ਕਿਹੜੇ ਅਧਿਕਾਰ ਜਾਂ ਵਾਰੰਟ ਦੁਆਰਾ ਉਹਨੂੰ ਇਹ ਆਫਿਸ ਮਿਲਿਆ ਹੋਇਆ ਹੈ। ਅਦਾਲਤ ਦਾਅਵੇ ਦੀ ਕਾਨੂੰਨੀਤਾ ਦੀ ਜਾਂਚ ਕਰਨ ਲਈ ਕਿਉ ਵਾਰੰਟੋ ਦੀ ਰਿਟ ਜਾਰੀ ਕਰ ਸਕਦਾ ਹੈ, ਠੀਕ ਹੈ ਨਾ, ਤੇ ਇਸ ਦੀ ਜਾਂਚ ਕਰਨ ਲਈ ਕਿਉ ਵਾਰੰਟੋ ਦੀ ਰਿਟ ਜਾਰੀ ਕਰ ਸਕਦੀ ਹੈ ਅਦਾਲਤ। ਓਕੇ, ਇਸ ਤਰ੍ਹਾਂ ਇਹ ਰਿਟ ਕਿਸੇ ਵਿਅਕਤੀ ਦੁਆਰਾ ਜਨਤਕ ਅਹੁਦੇ ਨੂੰ ਗੈਰ ਕਾਨੂੰਨੀ ਢੰਗ ਨਾਲ ਹੜੱਪਣ ਤੋਂ ਰੋਕਦੀ ਹੈ। ਵੀ ਕਿਤੇ ਉਹ ਬੰਦਾ ਗੈਰ ਕਾਨੂੰਨੀ ਢੰਗ ਨਾਲ ਕੋਈ ਆਫਿਸ ਨੂੰ ਤਾਂ ਨਹੀਂ ਹੜੱਪ ਕੇ ਬੈਠਾ, ਹੈ ਨਾ। ਯੂਸਰਪੇਸ਼ਨ, ਹੜੱਪਣ ਮਤਲਬ ਯੂਸਰਪੇਸ਼ਨ ਅੰਗਰੇਜ਼ੀ ਵਿੱਚ। ਯੂਸਰਪੇਸ਼ਨ ਦਾ ਮਤਲਬ, ਹੜੱਪਣ ਦਾ ਮਤਲਬ ਹੈ ਕਿਸੇ ਦੀ ਤਾਕਤ ਜਾਂ ਜਾਇਦਾਦ ਨੂੰ ਜ਼ਬਰਦਸਤੀ ਖੋਣਾ। ਵੀ ਕਿਤੇ ਉਹਨੂੰ ਐਵੇਂ ਹੀ ਗੈਰ ਕਾਨੂੰਨੀ ਢੰਗ ਨਾਲ ਤਾਂ ਨਹੀਂ ਕਿਤੇ ਆਫਿਸ 'ਤੇ ਬੈਠਾ, ਉਹ ਆਫਿਸ 'ਤੇ ਕਬਜ਼ਾ ਜਮਾ ਕੇ ਬੈਠਾ, ਤੇ ਉਹਦੀ ਲੀਗੈਲਿਟੀ ਮਤਲਬ ਕਾਨੂੰਨੀਤਾ ਨੂੰ ਅਸੀਂ ਚੈਲੰਜ ਕਰ ਸਕਦੇ ਹਾਂ।
ਜਨਤਕ ਦਫ਼ਤਰ ਨੂੰ ਇੱਕ ਐਕਟ ਦੁਆਰਾ ਜਾਂ ਸੰਵਿਧਾਨ ਦੁਆਰਾ ਬਣਾਇਆ ਜਾਣਾ ਚਾਹੀਦਾ ਹੈ। ਬੇਸਿਕਲੀ ਜਨਤਕ ਦਫ਼ਤਰ ਕਿਹੜਾ ਹੁੰਦਾ ਆ, ਜਿਹੜਾ ਐਕਟ ਦੁਆਰਾ ਬਣਿਆ। ਠੀਕ ਹੈ ਜੀ, ਇਹ ਇਨਫੋਰਮੇਸ਼ਨ ਦੀ ਲਾਈਨ ਹੋ ਗਈ ਇੱਕ। ਓਕੇ ਜੀ। ਇਹ ਰਿਟ ਨਿੱਜੀ ਸੰਸਥਾ ਜਾਂ ਮੰਤਰੀ ਦੇ ਦਫ਼ਤਰ ਲਈ ਜਾਰੀ ਨਹੀਂ ਕੀਤੀ ਜਾ ਸਕਦੀ। ਇਹ ਹੈ ਇੰਪੋਰਟੈਂਟ। ਜੇ ਕੋਈ ਸੰਸਥਾ ਹੈ ਪ੍ਰਾਈਵੇਟ, ਤਾਂ ਪ੍ਰਾਈਵੇਟ ਸੰਸਥਾ ਦੇ ਵਿਰੁੱਧ ਇਹ ਰਿਟ ਨਹੀਂ ਜਾਰੀ ਕੀਤੀ ਜਾ ਸਕਦੀ, ਜਾਂ ਕਿਸੇ ਮੰਤਰੀ ਦੇ ਦਫ਼ਤਰ ਦੇ ਪ੍ਰਤੀ ਵਿਰੁੱਧ ਇਹ ਰਿਟ ਜਾਰੀ ਨਹੀਂ ਕੀਤੀ ਜਾ ਸਕਦੀ। ਹੁਣ ਇੱਕ ਨਿੱਜੀ ਸੰਸਥਾ ਆ ਜੀ, ਉਹਨਾਂ ਦੀ ਆਪਣੀ ਮਰਜ਼ੀ ਆ, ਉਹ ਜਿਹਨੂੰ ਮਰਜ਼ੀ ਰੱਖਣ, ਕੁਛ ਇਸ ਹਿਸਾਬ ਦਾ ਐਂਗਲ ਆ। ਤੇ ਦੂਸਰੀ ਗੱਲ ਆ ਕਿ ਇੱਕ ਮੰਤਰੀ ਆ, ਉਹ ਮੰਤਰੀ ਮੈਜੋਰਟੀ ਪਾਰਟੀ ਨੇ ਆਪਣੇ ਹਿਸਾਬ ਨਾਲ ਚੁਣ ਕੇ ਰੱਖੇ ਹੋਏ ਆ, ਤੇ ਅਸੀਂ ਨਹੀਂ ਚੈਲੰਜ ਕਰ ਸਕਦੇ ਕਿ ਦੇਖੋ ਜੀ ਉਹ ਤਾਂ এনवायरमेंट ਮਿਨਿਸਟਰ ਬਣਾਤਾ ਆ, ਉਹਨੂੰ ਤਾਂ এনवायरमेंट ਦਾ ਪਤਾ ਕੁਛ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਅਸੀਂ ਚੈਲੰਜ ਨਹੀਂ ਕਰ ਸਕਦੇ ਕਿਸੇ ਮੰਤਰੀ ਦੇ ਅਹੁਦੇ ਨੂੰ। ਹੁਣ ਇੱਕ ਹੋਰ ਇੰਟਰਸਟਿੰਗ ਗੱਲ ਇਹ ਆ ਕਿ ਬਾਕੀ ਅਸੀਂ 4 ਰਿਟਾਂ ਪੜ੍ਹੀਆਂ, ਉਹਨਾਂ ਵਿੱਚ ਜਿਹੜਾ ਬੰਦਾ ਪ੍ਰਭਾਵਿਤ ਹੋਇਆ ਨਾ, ਜਿਹਦੇ ਰਾਈਟ ਇਫੈਕਟ ਹੁੰਦੇ ਆ, ਉਹੀ ਕੋਰਟ ਵਿੱਚ ਜਾ ਸਕਦਾ। ਪਰ ਕਿਉ ਬਰੰਟੋ ਦੇ ਕੇਸ ਵਿੱਚ ਕੀ ਆ ਵੀ ਕੋਈ ਵੀ ਇੰਟਰਸਟਡ ਪਰਸਨ ਉਹ ਦੂਸਰੇ ਦੇ ਬਿਹਾਫ ਤੇ ਵੀ ਕੋਰਟ ਜਾ ਸਕਦਾ ਆ ਇਹ ਰਿਟ ਜਾਰੀ ਕਰਵਾਉਣ ਲਈ। ਕਿਉ ਬਰੰਟੋ ਦੀ ਰਿਟ ਕਿਸੇ ਵੀ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੁਆਰਾ ਮੰਗੀ ਜਾ ਸਕਦੀ ਹੈ, ਅਤੇ ਜ਼ਰੂਰੀ ਨਹੀਂ ਕਿ ਪੀੜਤ ਵਿਅਕਤੀ ਹੀ ਅਦਾਲਤ ਵਿੱਚ ਜਾ ਕੇ ਕਿਉ ਬਰੰਟੋ ਰਿਟ ਦੀ ਮੰਗ ਕਰੇ। ਜ਼ਰੂਰੀ ਨਹੀਂ ਕਿ ਪੀੜਤ ਵਿਅਕਤੀ ਦੁਆਰਾ, ਕੋਈ ਵੀ ਦਿਲਚਸਪੀ ਰੱਖਣ ਵਾਲਾ ਵਿਅਕਤੀ ਇਸ ਰਿਟ ਦੀ ਕੀ ਹੈ, ਇਸ ਰਿਟ ਲਈ ਅਪਲਾਈ ਕਰ ਸਕਦਾ। ਹੋਰ 4 ਰਿਟਾਂ ਵਿੱਚ ਅਜਿਹਾ ਨਹੀਂ ਹੈ। ਜਿਹੜੀਆਂ ਪਹਿਲੀਆਂ ਅਸੀਂ 4 ਰਿਟਾਂ ਪੜ੍ਹੀਆਂ ਉਹਨਾਂ ਵਿੱਚ ਇਹ ਗੱਲ ਨਹੀਂ ਆ। ਕਿਉ ਬਰੰਟੋ ਵਿੱਚ ਕੀ ਆ, ਕੋਈ ਤੀਜਾ ਬੰਦਾ ਵੀ ਜਾ ਕੇ ਰਿਟ ਜਾਰੀ ਕਰਵਾ ਸਕਦਾ ਆ ਕਿਸੇ ਹੋਰ ਬੰਦੇ ਲਈ। ਠੀਕ ਹੈ ਜੀ, ਤੇ ਅੱਜ ਲਈ ਇੰਨਾ ਹੀ ਰੱਖਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।